सो अगे असी डिस्कस करन जा रहे हैं अगले अपने लैक्चर दे विच कि खाद जिहड़ी हैगी आ वो पाउणा क्यों जरूरी आ ते किहड़ी खाद असीं पा सकदे आ ते उन्हां दोनां दा की फर्क आ की महत्ता ते किस तरीके दे नाल असीं जिहड़ियां हैगीआं खादां दी वरतों घੱਟ कर सकदे आ। तां जिहड़ी आ खाद अपना जिहड़ा मेन टॉपिक अज दा खाद पाउणा ते देसी जां रसायनिक। ठीक है देसी जां रसायनिक खाद ਤਾਂ ਇਹਦੇ ਵਿੱਚ ਕੀ ਆ ਕਿ ਜਿਹੜੇ ਆਪਣੇ ਕੋਲ ਪੌਦੇ ਹੁੰਦੇ ਆ ਜਦੋਂ ਅਸੀਂ ਉਹ ਬੀਜਦੇ ਆ ਤਾਂ ਉਹਨਾਂ ਦੇ ਵਾਧੇ ਲਈ ਮੇਨ ਨਾਈਟ੍ਰੋਜਨ ਸਾਨੂੰ ਚਾਹੀਦੀ ਹੁੰਦੀ ਆ। ਤਾਂ ਨਾਈਟ੍ਰੋਜਨ ਦੇ ਨਾਲ ਉਹਨਾਂ ਦੇ ਅੰਦਰ ਅੱਗੇ ਪ੍ਰੋਟੀਨ ਬਣਦੇ ਆ ਜਾਂ ਟਿਸ਼ੂ ਬਣਦੇ ਆ ਤਾਂ ਉਹ ਅੱਗੇ ਵਧਦੇ ਆ। ਤਾਂ ਉਹ ਜੇ ਆਪਾਂ ਮੰਨ ਲਓ ਵੀ ਫਸਲ ਬੀਜੀ ਆ ਸਾਰੇ ਪਾਸੇ ਕਣਕ ਬੀਜਦੀ ਆ ਅਗਲੀ ਵਾਰੀ ਝੋਨਾ ਬੀਜਤਾ ਫਿਰ ਕਣਕ ਬੀਜਤੀ ਆ ਫਿਰ ਝੋਨਾ ਬੀਜਤਾ ਤਾਂ ਇਸ ਤਰ੍ਹਾਂ ਕਰਦੇ ਕਰਦੇ ਕੀ ਆ ਕਿ ਜ਼ਮੀਨ ਜਿਹੜੀ ਆ ਉਹਨੂੰ ਸਮਾਂ ਨਹੀਂ ਮਿਲਦਾ ਆਪਦੇ ਤੱਤਾਂ ਨੂੰ ਦੁਬਾਰਾ ਪੂਰਤੀ ਕਰਨ ਦਾ। ਤਾਂ ਜਾਂ ਤਾਂ ਇਹ ਹੋਵੇ ਵੀ ਇੱਕ ਵਾਰੀ ਫਸਲ ਬੀਜ ਲਈਏ ਅਗਲੇ 6 ਮਹੀਨੇ ਕੁਛ ਨਾ ਬੀਜ ਗਏ ਤਾਂ ਜਿਹੜੀ ਜ਼ਮੀਨ ਹੈਗੀ ਆ ਤੱਤਾਂ ਨੂੰ ਪੂਰਾ ਕਰ ਲਓ ਕੁਦਰਤੀ ਤਰੀਕੇ ਨਾਲ। ਬਟ ਜੇ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਉਤਪਾਦਨ ਕੀਤਾ ਜਾਵੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਹ ਤੋਂ ਫਸਲ ਲੈ ਸਕੀਏ ਹੁਣ ਵਿਹਲੀ ਵੀ ਨਾ ਛੱਡ ਕੇ ਜ਼ਮੀਨ ਨੂੰ ਤਾਂ ਫਿਰ ਸਾਨੂੰ ਉਹਦੇ ਵਿੱਚ ਤੱਤਾਂ ਦੀ ਆ ਉਹ ਘਾਟ ਪੈਦਾ ਹੋ ਜਾਂਦੀ ਹੈ। ਠੀਕ ਹੈ ਸੇਮ ਹੀ ਆ ਜਿਵੇਂ ਅਸੀਂ ਆ ਜ਼ਿਆਦਾ ਸਰੀਰ ਤੋਂ ਕੰਮ ਲੈਣਾ ਤਾਂ ਸਾਨੂੰ ਚੰਗੀ ਖੁਰਾਕ ਵੀ ਤਾਂ ਖਾਣੀ ਪਊਗੀ ਅਤੇ ਜੇ ਅਸੀਂ ਕੁਛ ਨਹੀਂ ਕਰਨਾ ਤਾਂ ਫਿਰ ਭਲਾ ਅਸੀਂ ਵਰਤ ਰੱਖ ਕੇ ਬੈਠੇ ਰਹੀਏ ਸਾਰੀ ਦਿਹਾੜੀ ਤਾਂ ਫਿਰ ਸਾਨੂੰ ਸਰੀਰ ਨੂੰ ਜ਼ਰੂਰਤ ਨਹੀਂ ਤੱਤਾਂ ਦੀ ਸਾਡਾ ਸਰੀਰ ਐਡਜਸਟ ਕਰਦਾ ਔਖੇ ਸੌਖੇ। ਬਟ ਜੇ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਉਤਪਾਦਨ ਲੈਣਾ ਤਾਂ ਜ਼ਮੀਨ ਨੂੰ ਤਾਕਤ ਦੀ ਲੋੜ ਪਊਗੀ ਤਾਂ ਇਹਦੇ ਵਿੱਚ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਹੁਣ ਜੇ ਅਸੀਂ ਗੱਲ ਕਰਦੇ ਹਾਂ ਕਿ ਕੁਦਰਤੀ ਖਾਦ ਜਿਹੜੀ ਰੂੜੀ ਖਾਦ ਹੈਗੀ ਆ ਰੂੜੀ ਖਾਦ ਕੀ ਆ ਕਿ ਉਹ ਜੈਵਿਕ ਖਾਦ ਆ। ਉਹ ਜਿਹੜੀ ਕੀ ਆ ਅਸੀਂ ਜਿਹੜੇ ਆ ਪੇੜ ਪੌਦੇ ਆ ਉਹ ਮਿੱਟੀ ਤੋਂ ਆਪਣੀ ਊਰਜਾ ਲੈਂਦੇ ਆ ਤਾਂ ਉਹ ਵੱਡੇ ਹੁੰਦੇ ਆ ਉਗਦੇ ਆ। ਜਿਹੜੇ ਜੀਵ ਜੰਤੂ ਹੈਗੇ ਆ ਉਹ ਵੀ ਆਪਣਾ ਉਹਨਾਂ ਪੇੜ ਪੌਦਿਆਂ ਤੋਂ ਭੋਜਨ ਲੈਂਦੇ ਆ ਅਤੇ ਮਲ ਮੂਤਰ ਨਾਲ ਤਿਆਗ ਕਰਦੇ ਆ। ਹੁਣ ਉਹ ਜਿਹੜੀ ਸਾਰੀ ਊਰਜਾ ਹੈਗੀ ਆ ਭਲਾ ਉਹ ਪੇੜ ਪੌਦੇ ਹੈਗੇ ਆ ਭਲਾ ਉਹ ਆਪਣਾ ਖਾਦ ਪਦਾਰਥ ਜਿਹੜੇ ਜੀਵਾਂ ਨੇ ਖਾਧੇ ਉਹ ਹੈਗੇ ਆ ਆਪਣੇ ਫਰੂਟ ਹੋ ਗਏ ਜਾਂ ਆਪਣੇ ਫਲ ਪੱਤੇ ਹੋ ਗਏ ਠੀਕ ਹੈ ਪੱਠੇ ਹੋ ਗਏ ਮੱਕੀ ਹੋ ਗਈ ਇਹ ਸਾਰੀਆਂ ਚੀਜ਼ਾਂ ਇਹ ਆਖਿਰਕਾਰ ਮਿੱਟੀ ਦੇ ਵਿੱਚੋਂ ਹੀ ਐਨਰਜੀ ਲੈ ਕੇ ਇਹ ਬਣੇ ਸੀਗੇ। ਤਾਂ ਜਦੋਂ ਉਹ ਗਲ ਜਾਂਦੇ ਆ ਪੇੜ ਪੌਦੇ ਜਿਹੜੇ ਹੈਗੇ ਆ ਉਹਦੇ ਪੱਤੇ ਤਿਲਕ ਪੈਂਦੇ ਆ ਉਹਨਾਂ ਡਿੱਗਣ ਦੇ ਨਾਲ ਕੀ ਆ ਉੱਥੇ ਪੱਤੇ ਗਲ ਕੇ ਮਿੱਟੀ 'ਚ ਰਲ ਜਾਂਦੇ ਉਹਦੀ ਮੱਲੜ ਬਣ ਜਾਂਦੀ ਆ। ਜਿਹੜੇ ਜੀਵ ਜੰਤੂ ਹੈਗੇ ਆ ਉਹ ਘਾਹ ਖਾਂਦੇ ਆ ਅਤੇ ਪੱਠੇ ਖਾਂਦੇ ਆ ਅਤੇ ਮਲ ਤਿਆਗ ਕਰਦੇ ਆ ਗੋਹਾ ਪੈਦਾ ਕਰਦੇ ਆ ਮੂਤਰ ਪੈਦਾ ਕਰਦੇ ਆ ਤਾਂ ਉਹ ਫਿਰ ਮਿੱਟੀ ਦੇ ਵਿੱਚ ਹੀ ਰਲ ਜਾਂਦੇ ਆ। ਤਾਂ ਜਿਹੜੇ ਜੀਵ ਜੰਤੂ ਮਰ ਜਾਂਦੇ ਆ ਉਹ ਵੀ ਆਖਿਰਕਾਰ ਮਿੱਟੀ ਦੇ ਵਿੱਚ ਹੀ ਖਤਮ ਹੋ ਜਾਂਦੇ ਆ। ਉਹ ਸੂਖਮ ਜੀਵ ਜਿਹੜੇ ਉਹਨਾਂ ਦਾ ਅਪਘਟਨ ਕਰ ਦਿੰਦੇ ਆ ਉਹ ਮਿੱਟੀ 'ਚ ਰਲ ਜਾਂਦੇ ਆ। ਸੋ ਮਿੱਟੀ 'ਚੋਂ ਪੈਦਾ ਹੋਏ ਮਿੱਟੀ 'ਚ ਰਲੇ ਵਾਲੀ ਗੱਲ ਹੋ ਜਾਂਦੀ ਆ ਤਾਂ ਉਹ ਜਿਹੜੀ ਤਾਕਤ ਹੈਗੀ ਆ ਮਿੱਟੀ 'ਚ ਵਾਪਸ ਚਲੀ ਜਾਂਦੀ ਆ। ਤਾਂ ਇਸ ਤਰ੍ਹਾਂ ਮਿੱਟੀ ਆਪਦੀ ਜਿਹੜੀ ਹੈਗੀ ਆ ਸਾਰੇ ਜਿਹੜੇ ਤੱਤ ਹੈਗੇ ਉਹਦੀ ਪੂਰਤੀ ਕਰਦੀ ਹੈ। ਤਾਂ ਅਸੀਂ ਜਿਹੜੀ ਰੂੜੀ ਖਾਦ ਹੈ ਇਹ ਉਸੇ ਸਾਈਕਲ ਦੇ ਵਿੱਚੋਂ ਆਉਂਦੀ ਹੈ ਕੁਦਰਤੀ ਸਾਈਕਲ ਦੇ ਵਿੱਚੋਂ। ਤਾਂ ਸਾਰਾ ਅਸੀਂ ਇੱਕ ਜਗ੍ਹਾ 'ਤੇ ਇਕੱਠਾ ਕਰ ਲੈਂਦੇ ਮਲ ਤਿਆਗ ਅਤੇ ਉਹਦੇ 'ਚ ਜਿਹੜੀ ਆ ਮੇਨ ਨਾਈਟ੍ਰੋਜਨ ਦੀ ਸਾਨੂੰ ਕਾਫੀ ਮਾਤਰਾ ਮਿਲ ਜਾਂਦੀ ਆ। ਬਾਕੀ ਸਾਰੇ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਸਾਰੇ ਤੱਤ ਜਿਹੜੇ ਹੈਗੇ ਆ ਉਹਦੇ ਵਿੱਚ ਮਿਲ ਜਾਂਦੇ ਆ ਅਤੇ ਅਸੀਂ ਉਹ ਰੂੜੀ ਖਾਦ ਜਿਹੜੀ ਆ ਖੇਤਾਂ ਨੂੰ ਪਾਉਂਦੇ ਹਾਂ। ਤਾਂ ਉਹ ਖੇਤਾਂ ਦੇ ਵਿੱਚ ਪਾਉਣ ਦੇ ਨਾਲ ਖੇਤਾਂ ਦੇ ਵਿੱਚ ਇਹਨਾਂ ਸਾਰੇ ਤੱਤਾਂ ਦੀ ਜਿਹੜੀ ਪੂਰਤੀ ਆ ਨਾਈਟ੍ਰੋਜਨ ਹੋ ਗਈ ਫਾਸਫੋਰਸ ਹੋ ਗਈ ਪੋਟਾਸ਼ੀਅਮ ਹੋ ਗਈ ਠੀਕ ਆ ਕੈਲਸ਼ੀਅਮ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ। ਅਤੇ ਉਹਦੇ ਨਾਲ ਕੀ ਆ ਫਸਲਾਂ ਜਿਹੜੀਆਂ ਹੈਗੀਆਂ ਦੁਬਾਰਾ ਫਿਰ ਉਹ ਤੱਤ ਲੈ ਲੈਂਦੀਆਂ ਅਤੇ ਉਹਨਾਂ ਦਾ ਵਾਧਾ ਵਿਕਾਸ ਵਧੀਆ ਹੁੰਦਾ। ਅਤੇ ਜੇ ਅਸੀਂ ਨਹੀਂ ਪਾਉਂਦੇ ਤਾਂ ਫਿਰ ਉਹ ਘਾਟ ਰਹਿ ਜਾਂਦੀ ਹੈ। ਤਾਂ ਜਿਹੜੀਆਂ ਇਹ ਦੇਸੀ ਖਾਦਾਂ ਹੈਗੀਆਂ ਇਹਦੇ ਵਿੱਚ ਸਾਡੇ ਕੋਲ ਆ ਜਾਂਦਾ ਮੇਨ ਵਰਮੀ ਕੰਪੋਸਟ ਵੀ ਆ ਗਿਆ ਰੂੜੀ ਹੋ ਗਈ ਹੈ ਨਾ ਦੇਸੀ ਖਾਦ ਰੂੜੀ ਵਰਮੀ ਕੰਪੋਸਟ ਇਹ ਆਪਣੀ ਤਾਂ ਇਹ ਕੁਦਰਤੀ ਆ ਇਹ ਦੇਸੀ ਆ ਇਹਦੇ ਨਾਲ ਮਿੱਟੀ ਦੀ ਜਿਹੜੀ ਆ ਤਾਕਤ ਵੱਧਦੀ ਆ ਕੁਦਰਤੀ ਤੌਰ 'ਤੇ ਵੱਧਦੀ ਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਆ। ਉਹ ਆਪਦੇ ਵਿੱਚ ਹੋਰ ਨਵੇਂ ਜੀਵ ਪੈਦਾ ਕਰਦੀ ਆ ਗੰਡੋਏ ਪੈਦਾ ਕਰਦੀ ਆ ਮਿੱਤਰ ਜੀਵ ਜਿਹੜੇ ਕੀਟਾਣੂ ਆ ਜਿਵੇਂ ਆਪਾਂ ਕਹਿੰਦੇ ਆ ਬੈਕਟੀਰੀਆ ਵਗੈਰਾ ਪੈਦਾ ਕਰਦੀ ਆ ਜਿਹਦੇ ਨਾਲ ਅੰਦਰ ਫਿਰ ਨਵੇਂ ਤੱਤ ਪੈਦਾ ਹੁੰਦੇ ਆ ਅਤੇ ਜ਼ਹਿਰੀਲੀਆਂ ਨਹੀਂ ਹੁੰਦੀਆਂ ਉਹਨਾਂ ਜੀਵਾਂ ਵਾਸਤੇ। ਤਾਂ ਇਹ ਮਿੱਟੀ ਨੂੰ ਪੋਲੀ ਵੀ ਕਰਦੀ ਆ ਮੱਲੜ ਪੈਦਾ ਕਰਦੀ ਹੈ।
ਮੱਲੜ ਪੈਦਾ ਕਰਦੀ ਆ। ਪੱਤੇ ਜਿਹੜੇ ਗਲੇ ਹੁੰਦੇ ਆ ਜਾਂ ਆਪਣੇ ਕੋਲੇ ਰੁੱਖਾਂ ਦੇ ਜਿਹੜੇ ਘਾਹ ਫੂਸ ਹੋ ਗਿਆ ਸਾਰਾ ਜਦੋਂ ਗਲਦਾ ਵਿੱਚ, ਉਹਦੇ ਨਾਲ ਮਿੱਟੀ ਪੋਲੀ ਹੋ ਜਾਂਦੀ ਆ, ਉਹਦੇ ਵਿੱਚ ਹਵਾ ਦੇ ਮਸਾਮ ਬਣਦੇ ਆ ਅਤੇ ਅੰਦਰ ਜਿਹੜਾ ਜੀਵਨ ਹੈਗਾ ਮਿੱਟੀ ਦੇ ਉਹ ਸਾਰਾ ਫਲਦਾ ਫੁੱਲਦਾ ਹੈਗਾ ਅਤੇ ਉਹਦੇ ਨਾਲ ਇਹ ਫਾਇਦਾ ਹੁੰਦਾ। ਅਤੇ ਪਰ ਅਸੀਂ ਨਾਲ ਦੀ ਨਾਲ ਦੇਸੀ ਖਾਦਾਂ ਦੇ ਨਾਲ ਅਸੀਂ ਜਿਹੜੀਆਂ ਰਸਾਇਣਿਕ ਖਾਦਾਂ ਵੀ ਜਿਹੜੀਆਂ ਵਰਤਦੇ ਹਾਂ। ਰਸਾਇਣਿਕ ਖਾਦਾਂ ਕੀ ਆ, ਉਹ ਅੰਗਰੇਜ਼ੀ ਦਵਾਈ ਵਾਂਗੂ ਹੁੰਦੀਆਂ ਕਿ ਜਿਹੜੇ ਤੱਤ ਦੀ ਘਾਟ ਆ ਉਹਦੀ ਪੂਰਤੀ ਉਹ ਇੱਕੋ ਦਮ ਹੀ ਕਰ ਦਿੰਦੀ ਆ ਇੱਕ ਵਾਰੀ ਪਾਉਣ 'ਤੇ। ਜਿਵੇਂ ਅਸੀਂ ਯੂਰੀਆ ਖਾਦ ਦੀ ਗੱਲ ਕਰਦੇ ਹਾਂ, ਉਹਦੇ 'ਚ ਨਿਰੀ ਨਾਈਟ੍ਰੋਜਨ। ਜੇ ਅਸੀਂ NPK ਦੀ ਗੱਲ ਕਰਦੇ ਹਾਂ, ਉਹ 'ਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਜਿਹੜਾ ਹੈਗਾ ਬਹੁਤ ਜ਼ਿਆਦਾ ਮਾਤਰਾ 'ਚ, ਤਾਂ ਉਹ ਦਵਾਈ ਵਾਂਗੂ ਆ। ਠੀਕ ਆ, ਉਹ ਦਵਾਈ ਵਾਂਗੂ ਆ। ਉਹਦੇ ਨਾਲ ਕੀ ਆ, ਜ਼ਮੀਨ ਦੇ ਵਿੱਚ ਜਿਹੜੇ ਤੱਤਾਂ ਦੀ ਘਾਟ ਆ ਉਹਨੂੰ ਇੱਕਦਮ ਪੂਰਾ ਕਰਦੀ ਆ। ਤਾਂ ਫਿਰ ਹੋਰ ਤਰ੍ਹਾਂ ਦੀਆਂ ਆਪਣੇ ਕੋਲ ਜ਼ਿੰਕ ਆਇਰਨ ਵਾਸਤੇ ਸਾਡੇ ਕੋਲ ਆ ਜਾਂਦੀਆਂ, ਅਤੇ ਆਪਣੇ ਕੋਲ ਜਿਪਸਮ ਵਗੈਰਾ ਆ ਜਾਂਦੀ ਹੈ। ਸੋ ਇਹ ਸਾਰੀਆਂ ਜਿਹੜੀਆਂ ਆਪਣੇ ਕੋਲ ਰਸਾਇਣਿਕ ਖਾਦਾਂ, ਇਹਨਾਂ ਦੀ ਖਾਸੀਅਤ ਕੀ ਆ ਕਿ ਇਹ ਬੜੀ ਜਲਦੀ ਉਹਨਾਂ ਦੀ ਮਾਤਰਾ ਨੂੰ ਵਧਾਉਂਦੀਆਂ, ਤੱਤਾਂ ਦੀ ਜਿਹੜੀ ਘਾਟ ਹੁੰਦੀ ਹੈ। ਅਤੇ ਪਰ ਇਹ ਮੱਲੜ ਨਹੀਂ ਪੈਦਾ ਕਰਦੀਆਂ। ਇਹਨਾਂ ਦਾ ਜ਼ਮੀਨ ਜਿਹੜੀ ਉਹ ਮਸਾਨਦਾਰ ਜਾਂ ਹਵਾਦਾਰ ਨਹੀਂ ਹੋਊਗੀ, ਪਾਣੀ ਸੁੱਕਣ ਦੀ ਸਮਰੱਥਾ ਨਹੀਂ ਵਧੂਗੀ, ਪਰ ਇਹ ਜ਼ਹਿਰੀਲੇ ਪ੍ਰਭਾਵ ਵੀ ਪੈਦਾ ਕਰਦੀਆਂ। ਤਾਂ ਜ਼ਹਿਰੀਲੇ ਪ੍ਰਭਾਵਾਂ ਦੇ ਵਿੱਚ ਆ ਜਾਂਦੇ ਜਿਹੜੇ ਮਿੱਤਰ ਜੀਵ ਹੁੰਦੇ ਉਹ ਮਰ ਜਾਂਦੇ ਆ, ਜਿਹੜੇ ਬੈਕਟੀਰੀਆ ਹੈਗੇ ਆ ਜਾਂ ਗੰਡੋਏ ਹੈਗੇ ਆ ਉਹ ਨਹੀਂ ਪੈਦਾ ਹੋ ਪਾਉਂਦੇ ਉਹਨਾਂ, ਤਾਂ ਤੱਤਾਂ ਦੀ ਘਾਟ ਪੂਰੀ ਕਰ ਦਿੰਦੇ ਆ। ਪਰ ਉਹਦੇ ਨਾਲ ਕੀ ਹੈ, ਜ਼ਮੀਨ ਜਿਹੜੀ ਹੈਗੀ ਆ ਉਹ ਖੁਦ ਵੀਕ ਹੋਣਾ ਸ਼ੁਰੂ ਹੋ ਜਾਂਦੀ, ਉਹਦੀ ਉਪਜਾਊ ਸ਼ਕਤੀ ਘਟਦੀ ਹੈ। ਸੋ ਇਹਦੇ ਫਾਇਦੇ ਵੀ ਆ, ਇਹਦੇ ਨੁਕਸਾਨ ਵੀ ਆ। ਤਾਂ ਅਸੀਂ ਕੀ ਬੈਲੈਂਸ ਕਿਵੇਂ ਕਰਾਂਗੇ ਇਹਨਾਂ ਚੀਜ਼ਾਂ ਨੂੰ? ਤਾਂ ਅਸੀਂ ਕਰਦੇ ਹਾਂ ਰਸਾਇਣਿਕ ਖਾਦਾਂ ਦੇ ਨਾਲ ਨਾਲ ਦੇਸੀ ਖਾਦਾਂ ਵੀ ਵਰਤਾਂਗੇ। ਤਾਂ ਨਾਲ ਦੀ ਨਾਲ ਜਿਹੜੇ ਸਾਡੇ ਹੈਗੇ ਆ ਮਿੱਤਰ ਜੀਵ ਹੈਗੇ ਆ ਉਹਨਾਂ ਨੂੰ ਵਧਾਉਣ ਵਾਸਤੇ ਹੀ ਕਰਾਂਗੇ। ਜਿਵੇਂ ਨਾਈਟ੍ਰੋਜਨ ਦੀ ਘਾਟ ਹੁੰਦੀ ਆ, ਤਾਂ ਅਸੀਂ ਇਸ ਤਰ੍ਹਾਂ ਦੀਆਂ ਫਸਲਾਂ ਬੀਜਦੇ ਹਾਂ ਕਿ ਇੱਕ ਵਾਰੀ ਅਸੀਂ ਜੇ ਕਣਕ ਬੀਜੀ ਆ, ਦੂਜੀ ਵਾਰੀ ਅਸੀਂ ਕੋਈ ਫਲੀਆਂ ਵਾਲੇ ਜਿਹੜੀਆਂ ਹੈਗੀਆਂ ਸਬਜ਼ੀਆਂ, ਫਲੀਆਂ ਵਾਲੇ ਪੌਦੇ ਹੈਗੇ ਆ, ਜਿਵੇਂ ਸੋਇਆਬੀਨ ਹੋ ਗਿਆ, ਮਟਰ ਹੋ ਗਏ, ਛੋਲੇ ਹੋ ਗਏ, ਠੀਕ ਆ, ਜਾਂ ਆਪਣੇ ਕੋਲੇ ਮੂੰਗੀ ਹੋ ਗਈ। ਜਦੋਂ ਅਸੀਂ ਇਹ ਫਸਲਾਂ ਬੀਜਦੇ ਹਾਂ ਜਿਹਦੇ ਵਿੱਚ ਫਲੀਆਂ ਲੱਗੀਆਂ ਹੋਣ, ਤਾਂ ਉਹਨਾਂ ਦੇ ਜੜ੍ਹਾਂ ਦੇ ਵਿੱਚ ਬੈਕਟੀਰੀਆ ਹੁੰਦਾ, ਜਿਹੜਾ ਰਾਈਜ਼ੋਬੀਅਮ ਕਹਿ ਦਿੰਦੇ ਅਸੀਂ ਉਹਨੂੰ। ਉਹ ਰਾਈਜ਼ੋਬੀਅਮ ਬੈਕਟੀਰੀਆ ਹੁੰਦਾ ਜਿਹੜਾ, ਉਹ ਕੀ ਆ, ਨਾਈਟ੍ਰੋਜਨ ਨੂੰ ਇਕੱਠਾ ਕਰਦਾ ਰਹਿੰਦਾ ਜੜ੍ਹਾਂ ਦੇ ਵਿੱਚ। ਤਾਂ ਉਹ ਹਵਾ ਦੀ ਨਾਈਟ੍ਰੋਜਨ ਨੂੰ ਮਿੱਟੀ ਦੇ ਵਿੱਚ ਰਲਾ ਕੇ ਅਤੇ ਨਾਈਟ੍ਰੋਜਨ ਮਿੱਟੀ ਦੇ ਵਿੱਚ ਇਹ ਤੱਤ ਪੈਦਾ ਕਰਦਾ, ਅਤੇ ਇਹ ਬੈਕਟੀਰੀਆ ਬੜਾ ਸਹਾਇਕ ਹੈ ਨਾਈਟ੍ਰੋਜਨ ਦੀ ਪੂਰਤੀ ਵਾਸਤੇ। ਤਾਂ ਜੇ ਅਸੀਂ ਇੱਕ ਵਾਰੀ ਫਸਲਾਂ ਬੀਜ ਦੇ ਵਿੱਚ ਇੱਕ ਵਾਰੀ ਅਸੀਂ ਬੀਜਾਂਗੇ ਫਲੀਆਂ ਵਾਲੀਆਂ ਫਸਲਾਂ, ਦੂਸਰੀ ਵਾਰੀ ਅਸੀਂ ਦੂਸਰੀਆਂ ਫਸਲਾਂ ਬੀਜਾਂਗੇ, ਤਾਂ ਉਹਦੇ ਨਾਲ ਸਾਡੇ ਜਿਹੜੇ ਨਾਈਟ੍ਰੋਜਨ ਦੀ ਪੂਰਤੀ ਹੋ ਜਾਂਦੀ ਹੈ। ਫਸਲੀ ਚੱਕਰ ਦੇ ਨਾਲ ਵੀ ਅਸੀਂ ਇਹ ਮਿੱਟੀ ਦੀ ਜਿਹੜੀ ਗੁਣਵੱਤਾ ਨੂੰ ਵਧਾ ਸਕਦੇ ਹਾਂ। ਜਾਂ ਫਿਰ ਇਹ ਖਾਲੀ ਛੱਡ ਦਿਓ, ਖਾਲੀ ਛੱਡਣ ਨਾਲ ਵੀ ਪੂਰਤੀ ਹੋ ਜਾਂਦੀ ਹੈ। ਸੋ ਖਾਲੀ ਛੱਡਣਾ ਸਾਡੇ ਵਾਸਤੇ ਸੰਭਵ ਨਹੀਂ ਹੁੰਦਾ, ਤਾਂ ਅਸੀਂ ਕੀ ਕਰਦੇ ਹਾਂ, ਫਲੀਆਂ ਵਾਲੇ ਜਿਹੜੇ ਪੌਦੇ ਹੈਗੇ ਆ ਉਹ ਬੀਜਦੇ ਆ, ਉਹਦੇ ਨਾਲ ਨਾਈਟ੍ਰੋਜਨ ਦੀ ਪੂਰਤੀ ਵੀ ਹੋ ਜਾਂਦੀ ਹੈ। ਜਾਂ ਫਿਰ ਅਸੀਂ ਕੀ ਕਰਦੇ ਹਾਂ, ਹਰੀ ਖਾਦ ਜਿਹੜੀ ਆ ਉਹ ਦਿੰਦੇ ਆ, ਉਹ ਬਹੁਤ ਮਹੱਤਵਪੂਰਨ ਆ, ਬੜੀ ਫਾਇਦਾ ਕਰਦੀ ਹੈ ਜ਼ਮੀਨ ਨੂੰ। ਜਿਵੇਂ ਝੋਨਾ ਬੀਜਣਾ, ਝੋਨੇ ਤੋਂ ਪਹਿਲਾਂ ਅਸੀਂ ਕੀ ਕਰ ਦਿੰਦੇ ਹਾਂ, ਝਿੰਜਣ ਬੀਜ ਦਿੰਦੇ ਹਾਂ। ਝਿੰਜਣ ਬੀਜ ਕੇ ਜਦੋਂ ਉਹ ਹਰੇ ਹੀ ਹੁੰਦੇ ਆ, ਹਜੇ ਨਰਮ ਹੀ ਹੁੰਦੇ ਆ, ਜਾਂ ਜ਼ਿਆਦਾ ਉੱਚੇ ਨਹੀਂ ਹੋਏ ਹੁੰਦੇ, 2-2, 4-4 ਫੁੱਟ ਹੁੰਦੇ ਵੱਧ ਤੋਂ ਵੱਧ, ਤਾਂ ਅਸੀਂ ਉਹਨਾਂ ਨੂੰ ਵਿੱਚ ਹੀ ਵਾਹ ਕੇ ਕਲਟੀਵੇਟਰ ਦੇ ਨਾਲ, ਅਤੇ ਆਪਾਂ ਉਹਨੂੰ ਕੀ ਕਰ ਦਿੰਦੇ ਆ, ਸਾਰਾ ਵਿੱਚ ਹੀ ਕੁਤਰ ਦਿੰਦੇ ਆ, ਅਤੇ ਜ਼ਮੀਨ ਦੇ ਵਿੱਚ ਹੀ ਉਹ ਗਲ ਜਾਂਦੇ ਆ, ਅਤੇ ਉਹ ਤੋਂ ਸਾਰੇ ਤੱਤ ਜਿਹੜੇ ਆ ਜ਼ਮੀਨ ਨੂੰ ਮਿਲ ਜਾਂਦੇ ਆ, ਜ਼ਮੀਨ ਦੇ ਵਿੱਚ ਬੜੀ ਤਾਕਤ ਆਉਂਦੀ ਹੈ। ਤਾਂ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਕੀ ਆ, ਦੋਨੇ ਜਿਹੜੀਆਂ ਖਾਦਾਂ ਅਸੀਂ ਵਰਤ ਸਕਦੇ ਹਾਂ। ਦੋਨਾਂ ਦਾ ਆਪਣਾ ਆਪਣਾ ਫਾਇਦਾ, ਆਪਣਾ ਆਪਣਾ ਨੁਕਸਾਨ ਆ। ਇਹਦੇ ਵਿੱਚ ਆਪਣੇ ਕੋਲ ਇੱਕ ਕਿਰਿਆ ਵੀ ਹੈਗੀ ਬੱਚਿਆਂ ਦੀ ਕਿ 3 ਗਲਾਸ ਲੈ ਕੇ ਉਹਦੇ ਵਿੱਚ ਅਸੀਂ ਤਿੰਨਾਂ ਦੇ ਵਿੱਚ ਮਿੱਟੀ ਲੈ ਲੈਣੀ ਹੈ, ਇੱਕ 'ਚ ਥੋੜ੍ਹਾ ਜਿਹਾ ਰੂੜੀ ਖਾਦ ਲਾ ਦੇਣੀ ਹੈ, ਇੱਕ 'ਚ ਯੂਰੀਆ ਪਾ ਦੇਣੀ ਹੈ, ਇੱਕ 'ਚ ਕੁਛ ਨਹੀਂ ਪਾਉਣਾ, ਅਤੇ ਕਣਕ ਬੀਜ ਦੇਣੀ ਹੈ। ਤਾਂ ਫਿਰ ਉਹ ਅਸੀਂ ਅਬਜ਼ਰਵ ਕਰਦੇ ਹਾਂ ਕਿ 3 ਦਿਨ, ਥੋੜ੍ਹੇ ਦਿਨਾਂ ਬਾਅਦ, ਹਫ਼ਤੇ ਬਾਅਦ, 10 ਦਿਨਾਂ ਬਾਅਦ, ਕਿ ਜਿਹੜਾ ਵਾਧਾ ਬੀਜਾਂ ਦਾ ਉੱਗਣ ਦਾ ਸਮਾਂ, ਉਹਨਾਂ ਦੀ ਲੈਂਥ ਆ ਜਿਹੜੀ ਪੌਦਿਆਂ ਦੀ, ਬੂਟਿਆਂ ਦੀ, ਉਹ ਵੱਖਰੀ ਵੱਖਰੀ ਹੋਊਗੀ ਤਿੰਨਾਂ 'ਚ। ਤਾਂ ਇਹ ਅਸੀਂ ਕਿਰਿਆ ਘਰੇ ਕਰਕੇ ਦੇਖ ਸਕਦੇ, ਬੱਚੇ ਕਰਕੇ ਦੇਖ ਲੈਣ। ਤਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਕੁਐਸਚਨ ਬਣਦਾ ਕਿ ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ ਕੀ ਹੋ ਸਕਦੇ ਆ, ਅਤੇ ਰੂੜੀ ਖਾਦਾਂ ਦੇ ਲਾਭ ਕੀ ਹੋ ਸਕਦੇ ਆ, ਰਸਾਇਣਿਕ ਖਾਦਾਂ ਦੀਆਂ ਹਾਨੀਆਂ ਵੀ ਕੀ ਹੋ ਸਕਦੀਆਂ, ਅਤੇ ਫਸਲੀ ਚੱਕਰ ਅਸੀਂ ਕਿਵੇਂ ਅਪਣਾ ਸਕਦੇ ਹਾਂ, ਅਤੇ ਕਿਹੜੇ ਪੌਦੇ ਉਗਾਉਣ ਦੇ ਨਾਲ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧਦੀ ਹੈ ਅਤੇ ਕਿਵੇਂ ਵੱਧਦੀ ਹੈ। ਤਾਂ ਇਹ ਜਿਹੜੇ ਕੁਐਸਚਨਸ ਹੈਗੇ ਆ ਛੋਟੇ ਛੋਟੇ, ਜਿਨ੍ਹਾਂ ਦਾ ਅਸੀਂ ਆਨਸਰ ਲੱਭਾਂਗੇ। ਸੋ ਅੱਜ ਇੰਨੇ ਪੜ੍ਹਾਂਗੇ। ਥੈਂਕ ਯੂ।